ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਮਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਜਾਂ ਆਪਣੇ ਗ੍ਰਹਿ ਵਿਖੇ ਦੇਸ਼ ਪ੍ਰਦੇਸ਼ ਵਿੱਚ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਲਾਈਵ ਗੁਰਮਤਿ ਸਮਾਗਮ ਦਾ ਆਪ ਆਪਣੇ ਘਰਾਂ ਵਿੱਚ ਬੈਠ ਕੇ ਆਨੰਦ ਮਾਣ ਰਹੇ ਹੋ। ਦਾਸ ਨੂੰ ਕੁਝ ਕੁ ਸਮਾਂ ਪ੍ਰਾਪਤ ਹੋਇਆ ਹੈ ਕਿ ਆਪ ਜੀ ਦੇ ਸਮਕਸ਼ ਕੁਝ ਗੁਰਮਤਿ ਦੀ ਵਿਚਾਰ ਨੂੰ ਰੱਖ ਸਕਾਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਜਿਨ੍ਹਾਂ ਦੇ 400 ਸਾਲਾ ਆਗਮਨ ਪੁਰਬ ਨੂੰ ਮਨਾਉਂਦਿਆਂ ਹੋਇਆਂ ਬਹੁਤ ਹੀ ਸਤਿਕਾਰਯੋਗ ਪੰਥ ਰਤਨ ਸੱਚਖੰਡ ਵਾਸੀ ਬਾਬਾ ਹਰਬੰਸ ਸਿੰਘ ਜੀ, ਸੱਚਖੰਡ ਵਾਸੀ ਬਾਬਾ ਫੌਜਾ ਸਿੰਘ ਜੀ, ਤਿੰਨਾਂ ਤੋਂ ਵਰਸਾਏ ਹੋਏ ਸਤਿਕਾਰਯੋਗ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲੇ, ਔਰ ਉਹਨਾਂ ਦੀ ਸੰਪਰਦਾ ਦੇ ਸਾਰੇ ਜਥੇਦਾਰ, ਗੁਰਦੁਆਰਾ ਨਾਨਕਪੁਰੀ ਟਾਂਡਾ ਸਾਹਿਬ ਜੀ ਦੇ ਸੇਵਾਦਾਰ ਬਾਬਾ ਚੰਦਨ ਸਿੰਘ ਜੀ, ਬਾਬਾ ਗੁਰਜੰਟ ਸਿੰਘ ਜੀ, ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਹੈ ਜੋ ਕਿ ਕਰੋਨਾ ਮਹਾਮਾਰੀ ਦੇ ਚੱਲਦਿਆਂ, ਇਸ ਕਰੋਨਾ ਵਾਇਰਸ ਦੇ ਚੱਲਦਿਆਂ ਬਹੁਤ ਸੰਗਤਾਂ ਦੇ ਇਕੱਠ ਤੇ ਸਰਕਾਰ ਵੱਲੋਂ ਪਾਬੰਦੀ ਹੈ। ਔਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਆਗਮਨ ਪੁਰਬ ਦੀ ਖੁਸ਼ੀ ਦੇ ਵਿੱਚ ਮਹਾਂਪੁਰਸ਼ਾਂ ਨੇ ਔਰ ਅੰਮ੍ਰਿਤ ਗੁਰਬਾਣੀ ਚੈਨਲ ਵੱਲੋਂ ਇਹ ਉਪਰਾਲਾ ਕੀਤਾ ਗਿਆ ਕਿ ਸੰਗਤਾਂ ਘਰਾਂ ਵਿੱਚ ਬੈਠ ਕੇ ਇਸ ਸਮਾਗਮ ਨੂੰ ਸਰਵਣ ਕਰ ਸਕਣ। ਮਹਾਂਪੁਰਖਾਂ ਨੇ ਉਪਰਾਲਾ ਕਰਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਆਗਮਨ ਪੁਰਬ ਨੂੰ ਮੁੱਖ ਰੱਖ ਕੇ ਇਹ ਸਮਾਗਮ ਕਰਵਾ ਰਹੇ ਹਨ। ਦਾਸ ਨੂੰ ਸਮਾਂ ਪ੍ਰਾਪਤ ਹੋਇਆ ਕਿ ਆਪ ਜੀ ਦੇ ਸਮਕਸ਼ ਕੁਝ ਗੁਰ ਇਤਿਹਾਸ ਗੁਰਬਾਣੀ ਵਿਚਾਰ ਰੱਖ ਸਕਾਂ। ਆਓ ਆਪਣੀ ਅਤੇ ਦਾਸ ਦੀ ਹਾਜ਼ਰੀ ਨੂੰ ਗੁਰੂ ਪਾਵਨ ਦਰਬਾਰ ਅੰਦਰ ਲਗਵਾਉਂਦੇ ਹੋਏ ਫਤਿਹ ਦੀ ਸਾਂਝ ਨੂੰ ਬਣਾਓ। ਦੇਹੋ ਅਸੀਸ ਤੇ ਗੱਜ ਕੇ ਕਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਛੇਵੇਂ ਪਾਤਸ਼ਾਹ, ਤਿੰਨਾਂ ਦੇ ਗ੍ਰਹਿ ਵਿਖੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਆਗਮਨ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ 4 ਪੁੱਤਰ ਅਤੇ 5ਵੀਂ ਪੁੱਤਰੀ ਬੀਬੀ ਵੀਰੋ, 5 ਬੱਚਿਆਂ ਨੇ ਘਰ ਦੇ ਵਿੱਚ ਜਨਮ ਲਿਆ ਹੈ। ਉਪਰੰਤ 4 ਵੱਡਿਆਂ ਭਰਾਵਾਂ ਤੋਂ ਛੋਟੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਹ 5ਵੇਂ ਪੁੱਤਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਆਗਮਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਗੁਰੂ ਕੇ ਮਹਿਲ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ 31 ਵਾਹਿਗੁਰੂ ਜੀ 1 ਅਪ੍ਰੈਲ 1621 ਸਨ ਦੇ ਵਿੱਚ ਅੰਮ੍ਰਿਤ ਵੇਲੇ ਹੁੰਦਾ ਹੈ। ਔਰ ਇੱਕ ਸਿੱਖ ਦਰਬਾਰ ਸਾਹਿਬ ਦੀਵਾਨ ਸਜਿਆ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਆਸਾ ਜੀ ਦਾ ਵਾਰ ਦਾ ਕੀਰਤਨ ਸਰਵਣ ਕਰ ਰਹੇ ਨੇ। ਦੀਵਾਨ ਚੱਲ ਰਿਹਾ। ਦੀਵਾਨ ਦੀ ਸਮਾਪਤੀ ਤੋਂ ਉਪਰੰਤ ਸਿੱਖ ਨੇ ਜਾ ਕੇ ਬੇਨਤੀ ਕੀਤੀ, ਪਾਤਸ਼ਾਹ ਜੀ, ਆਪ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦੇ ਨੇ ਅਵਤਾਰ ਧਾਰਿਆ ਹੈ। ਸੂਚਨਾ ਦਿੱਤੀ। ਸੂਚਨਾ ਸੁਣ ਕੇ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਜੀ ਕੁਝ ਸਿੱਖਾਂ ਦੇ ਨਾਲ
ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਜੀ ਇਤਿਆਦਿ ਹੋਰ ਵੀ ਸਿੱਖ ਨਾਲ ਨੇ ਆਪਣੇ ਗ੍ਰਹਿ ਵਿਖੇ ਗੁਰੂ ਕੇ ਮਹਿਲ, ਜਿੱਥੇ ਅਸੀਂ ਅੱਜ ਦਰਸ਼ਨ ਕਰਦੇ ਹਾਂ, ਪਹੁੰਚੇ ਨੇ। ਆ ਕੇ ਸਾਹਿਬਜ਼ਾਦੇ ਦੇ ਦੀਦਾਰ ਕੀਤੇ। ਜਦੋਂ ਦੀਦਾਰ ਕੀਤੇ ਤੇ ਇਤਿਹਾਸ ਕਹਿੰਦਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਇਸ ਸਾਹਿਬਜ਼ਾਦੇ ਦੇ ਦੀਦਾਰ ਕਰਕੇ ਤੇ ਥੋੜਾ ਜਿਹਾ ਸੀਸ ਨੂੰ ਨਿਵਾਇਆ। ਨਾਲ ਦੇ ਸਿੱਖਾਂ ਨੇ ਪੁੱਛਿਆ, ਪਾਤਸ਼ਾਹ ਜੀ ਪਹਿਲੋਂ ਵੀ ਘਰ ਵਿੱਚ 4 ਪੁੱਤਰ ਹਨ, ਬੇਟੀ ਹੈ ਘਰ ਦੇ ਵਿੱਚ, ਔਰ ਪਹਿਲੋਂ ਜਦੋਂ ਬੱਚਿਆਂ ਨੇ ਜਨਮ ਲਿਆ ਆਪ ਜੀ ਨੇ ਐਸਾ ਨਹੀਂ ਕੀਤਾ, ਔਰ ਇਸ ਸਾਹਿਬਜ਼ਾਦੇ ਦੇ ਅਵਤਾਰ ਧਾਰਨ ਤੇ ਇਹਨਾਂ ਦੇ ਦਰਸ਼ਨ ਕਰਕੇ ਆਪ ਜੀ ਨੇ ਸੀਸ ਨਿਵਾਇਆ, ਕੀ ਗੱਲ ਹੈ? ਔਰ ਉਸ ਵੇਲੇ ਪਾਤਸ਼ਾਹ ਜੀ ਨੇ ਕਿਹਾ ਸੀ, ਇਸ ਮੇਰੇ ਪੁੱਤਰ ਨੇ ਬਹੁਤ ਵੱਡਾ ਇਤਿਹਾਸ ਰਚਣਾ ਹੈ, ਜੋ ਕਾਰਨਾਮੇ ਇਹਨਾਂ ਨੇ ਕਰ ਦੇਣੇ ਆ, ਰਹਿੰਦੀ ਦੁਨੀਆ ਤੱਕ ਸੰਸਾਰ ਦੇ ਲੋਕ ਉਹਨਾਂ ਨੂੰ ਯਾਦ ਰੱਖਣਗੇ। ਔਰ ਕੁਝ ਉਹਨਾਂ ਦਾ ਗੁਰੂ ਕੇ ਮਹਿਲ ਵਿਖੇ ਹੀ ਪਾਲਣ ਪੋਸ਼ਣ ਹੋਇਆ। ਉਮਰ ਹੌਲੀ ਵੱਧਦਿਆਂ ਪੌਣੇ 4 ਸਾਲ ਦੀ ਉਮਰ ਹੋਈ ਹੈ। ਬਚਪਨ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਔਰ ਬਚਪਨ ਦੀ ਇੱਕ ਘਟਨਾ ਇਤਿਹਾਸ ਦੇ ਵਿੱਚ ਬਹੁਤ ਵਾਰੀ ਆਪ ਜੀ ਨੇ ਸਰਵਣ ਕੀਤੀ ਹੋਏਗੀ। ਉਮਰ ਲਗਭਗ ਪੌਣੇ 4 ਸਾਲ ਦੀ ਉਮਰ ਹੈ। ਔਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਦਾ ਵਿਆਹ ਹੈ, ਔਰ ਵਿਆਹ ਦੀਆਂ ਤਿਆਰੀਆਂ ਹੈ, ਸਵੇਰੇ ਜੰਝ ਦੀਆਂ ਤਿਆਰੀਆਂ ਹੋ ਰਹੀਆਂ ਬਰਾਤ ਚੜ੍ਹਨ ਵਾਸਤੇ। ਔਰ ਬੱਚਿਆਂ ਦੇ ਖਾਸ ਖਿਆਲ ਰੱਖਿਆ ਜਾਂਦਾ, ਛੋਟੇ ਬੱਚਿਆਂ ਦੇ ਬੜੇ ਸੋਹਣੇ ਵਸਤਰ ਖਰੀਦ ਕੇ ਲਿਆਂਦੇ ਜਾਂਦੇ ਨੇ। ਔਰ ਗੁਰੂ ਦੇ ਪੁੱਤਰ ਸਨ, ਮਾਤਾ ਜੀ ਨੇ ਬੜੇ ਲਾਡ ਤੇ ਪਿਆਰ ਦੇ ਨਾਲ ਸੋਹਣੇ ਸੋਹਣੇ ਵਸਤਰ ਖਰੀਦ ਕੇ ਲਿਆਂਦੇ ਇਸ ਛੋਟੇ ਪੁੱਤਰ ਵਾਸਤੇ। ਔਰ ਵੱਡੇ ਪੁੱਤਰ ਦੀ ਬਰਾਤ ਚੜ੍ਹਨੀ ਸੀ। ਔਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਪੌਣੇ 4 ਸਾਲ ਦੀ ਉਮਰ ਹੈ। ਮਾਤ ਨਾਨਕੀ ਜੀ ਨੇ ਤਿਆਰ ਕਰਕੇ ਉਹਨਾਂ ਨੂੰ ਤਿਆਰ ਕਰਕੇ ਕਿਹਾ, ਬੱਚਿਆ ਹੁਣ ਤਿਆਰ ਹੋ ਜਾ, ਅਸੀਂ ਵੀ ਤਿਆਰ ਹੋਣਾ ਹੈ, ਔਰ ਫਿਰ ਬਰਾਤ ਦੇ ਵਿੱਚ ਆਪ ਸਭ ਨੇ ਜਾਣਾ ਹੈ। ਤਿਆਰ ਹੋਣ ਤੋਂ ਉਪਰੰਤ ਬਾਲ ਅਵਸਥਾ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਗਲੀ ਵਿੱਚ ਦੇਖਦੇ ਨੇ, ਔਰ ਉੱਥੇ ਕੁਝ ਲੋਕਾਂ ਨੂੰ ਦੇਖਿਆ ਇਕੱਠਿਆਂ ਹੋਇਆਂ। ਜਦੋਂ ਅਕਸਰ ਬਰਾਤ ਚੜ੍ਹਦੀ ਹੈ, ਪਿੰਡਾਂ ਦੇ ਲੋਕ ਇਕੱਠੇ ਹੋ ਕੇ ਵੇਖਣ ਵਾਸਤੇ ਆਇਆ ਕਰਦੇ ਨੇ। ਉਸ ਬਰਾਤ ਨੂੰ ਦੇਖਣ ਆਏ ਲੋਕਾਂ ਦੇ ਵਿੱਚ ਗੁਰੂ ਸਾਹਿਬ ਜੀ ਦੀ ਬਾਲ ਅਵਸਥਾ ਦੇ ਵਿੱਚ ਨਜ਼ਰ ਪਈ ਤੇ ਛੋਟੇ ਛੋਟੇ ਬਾਲਕ ਇਸ ਬਰਾਤ ਨੂੰ ਵੇਖਣ ਵਾਸਤੇ ਆਏ ਸਨ। ਜਦੋਂ ਛੋਟੇ ਛੋਟੇ ਬਾਲਕ ਇਸ ਬਰਾਤ ਨੂੰ ਵੇਖਣ ਵਿੱਚ ਆਸ ਵਾਸਤੇ ਆਏ, ਉਹਨਾਂ ਦੇ ਵਿੱਚ ਇੱਕ ਛੋਟੇ ਬੱਚੇ ਦੇ ਉੱਤੇ ਨਜ਼ਰ ਗਈ। ਦੇਖਿਆ ਸਰੀਰ ਤੇ ਸੋਹਣੇ ਕੱਪੜੇ ਨਹੀਂ ਹੈ, ਠੰਡ ਹੈ, ਠੰਡ ਦੇ ਵਿੱਚ ਉਹ ਬੱਚਾ ਕੰਬ ਰਿਹਾ, ਪੈਰਾਂ ਦੇ ਵਿੱਚ ਜੁੱਤੀ ਨਹੀਂ ਹੈ, ਔਰ ਠੰਡ ਦੇ ਨਾਲ ਕੰਬਦੀ ਹੋਈ ਇਸ ਬੱਚੇ ਨੂੰ ਜਾ ਕੇ ਪੁੱਛਿਆ, ਵੀਰਿਆ ਤੇਰੀ ਮਾਂ ਨੂੰ ਤੇਰਾ ਰੱਤਾ ਵੀ ਫਿਕਰ ਨਹੀਂ ਹੈ? ਕੀ ਗੱਲ, ਇੰਨੀ ਠੰਡ ਪੈ ਰਹੀ ਹੈ ਔਰ ਤੇਰੀ ਮਾਂ ਨੇ ਤੈਨੂੰ ਚੰਗੇ ਵਸਤਰ ਨਹੀਂ ਪਹਿਨਾਏ, ਤੂੰ ਠੰਡ ਦੇ ਨਾਲ ਕੰਬ ਰਿਹਾ ਹੈ। ਉਸ ਬੱਚੇ ਨੇ ਜਵਾਬ ਦਿੱਤਾ, ਕਹਿਣ ਲੱਗਾ, ਮੇਰੇ ਭਰਾ, ਹਰ ਇੱਕ ਮਾਂ ਨੂੰ ਆਪਣੇ ਪੁੱਤਰ ਦਾ ਪੂਰਾ ਫਿਕਰ ਹੁੰਦਾ ਹੈ, ਔਰ ਮੇਰੀ ਮਾਂ ਨੂੰ ਵੀ ਮੇਰਾ ਫਿਕਰ ਹੈ। ਐਸਾ ਨਹੀਂ ਕਿ ਮੇਰੀ ਮਾਂ ਮੇਰੇ ਨਾਲ ਪਿਆਰ ਨਹੀਂ ਕਰਦੀ ਜਾਂ ਮੈਨੂੰ ਚੰਗਾ ਨਹੀਂ ਚਾਹੁੰਦੀ, ਮੇਰੀ ਮਾਂ ਨੂੰ ਵੀ ਮੇਰਾ ਫਿਕਰ ਹੈ, ਪਰ ਮਜਬੂਰੀ ਇਹ ਹੈ ਕਿ ਘਰ ਦੇ ਵਿੱਚ ਅੱਤ ਦੀ ਗਰੀਬੀ ਹੈ, ਇੰਨੀ ਗੁੰਜਾਇਸ਼ ਨਹੀਂ ਕਿ ਮੈਂ ਮੋਟੇ ਕੱਪੜੇ ਮੇਰੀ ਮਾਂ ਮੈਨੂੰ ਬਣਾ ਕੇ ਪਹਿਨਾ ਸਕੇ। ਮਜਬੂਰੀ ਦੇ ਕਾਰਨ ਘਰ ਵਿੱਚ ਮੋਟੇ ਕੱਪੜੇ, ਚੰਗੇ ਕੱਪੜੇ ਨਾ ਹੋਣ ਕਰਕੇ ਮੈਂ ਠੰਡ ਦੇ ਨਾਲ ਠਿਠੁਰ ਰਿਹਾ ਹਾਂ। ਪਰ ਬਚਪਨ ਹੈ, ਅੰਦਰੋਂ ਆਵਾਜ਼ ਆਈ ਕਿ ਗਲੀ ਦੇ ਵਿੱਚ ਬਰਾਤ ਚੜ੍ਹਨ ਲੱਗੀ ਗੁਰੂ ਹਰਗੋਬਿੰਦ ਪਾਤਸ਼ਾਹ ਸਾਹਿਬ ਜੀ ਦੇ ਪੁੱਤਰ ਦੀ, ਤੇ ਬਰਾਤ ਵੇਖਣ ਵਾਸਤੇ ਆ ਗਈਆਂ। ਇਸ ਕਰਕੇ ਠੰਡ ਲੱਗ ਰਹੀ ਹੈ, ਪਰ ਮੇਰੀ ਮਾਂ ਵੀ ਬੇਵੱਸ ਹੈ ਤੇ ਮੈਂ ਵੀ ਬੇਵੱਸ ਹਾਂ। ਉਹ ਛੋਟੇ ਬੱਚੇ ਨੂੰ ਕੰਬਦਿਆਂ ਦੇਖਿਆ, ਆਪਣੇ ਗਲੇ ਤੋਂ ਸੋਹਣੀ ਪੋਸ਼ਾਕ ਨੂੰ ਉਤਾਰ ਕੇ ਉਸ ਬੱਚੇ ਦੇ ਗਲ ਪਵਾ ਕੇ ਆਪ ਨੰਗੇ ਪਿੰਡੇ ਘਰ ਆ ਗਏ। ਘਰ ਆ ਕੇ ਮਾਤ ਨਾਨਕੀ ਨੇ ਪੁੱਛਿਆ, ਬੇਟਾ ਤੈਨੂੰ ਸੋਹਣੇ ਵਸਤਰ ਪਹਿਨਾ ਕੇ ਤੈਨੂੰ ਤਿਆਰ ਕਰਕੇ ਭੇਜਿਆ ਸੀ, ਮੇਰੇ ਬੱਚਿਆ ਸੋਹਣੇ ਵਸਤਰ ਕਿੱਥੇ ਉਤਾਰ ਕੇ ਧਰ ਆਇਆ ਹੈ? ਮੈਂ ਤੇ ਤੈਨੂੰ ਆਪਣੇ ਵੱਲੋਂ ਤਿਆਰ ਕਰਕੇ
ਛੱਡ ਦਿੱਤਾ ਸੀ ਕਿ ਮੈਂ ਆਪ ਤਿਆਰ ਹੋਵਾਂਗੀ, ਅਸੀਂ ਬਰਾਤ ਵਿੱਚ ਜਾਣਾ, ਪਰ ਤੇਰੇ ਤਨ ਤੇ ਸੋਹਣੀ ਪੋਸ਼ਾਕ ਪਾਈ ਸੀ, ਹੁਣ ਨਜ਼ਰ ਨਹੀਂ ਆਉਂਦੀ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਪੌਣੇ 4 ਸਾਲ ਦੀ ਉਮਰ ਵਿੱਚ ਮਾਂ ਨੂੰ ਕਿਹਾ ਸੀ, ਮਾਤਾ ਜੀ, ਇੱਕ ਗਲੀ ਦੇ ਵਿੱਚ ਬੱਚੀ ਤੇ ਮੇਰੀ ਨਜ਼ਰ ਪਈ, ਉਹਦਾ ਨੰਗੇਜ ਉਹ ਠੰਡ ਦੇ ਨਾਲ ਕੰਬਦਾ ਹੋਇਆ ਬੱਚਾ ਮੇਰੇ ਤੋਂ ਵੇਖਿਆ ਨਹੀਂ ਗਿਆ, ਇਸ ਕਰਕੇ ਮੈਂ ਆਪਣੇ ਤਨ ਤੋਂ ਪੋਸ਼ਾਕ ਉਤਾਰ ਕੇ ਉਸ ਬੱਚੇ ਨੂੰ ਪਹਿਨਾ ਆਇਆ। ਸਾਡੇ ਘਰਾਂ ਦੇ ਵਿੱਚ ਹੋਰ ਵੀ ਵਸਤਰ ਹਨ, ਮੈਂ ਕੋਈ ਦੂਸਰੀ ਕੱਪੜੇ ਪਾ ਲਵਾਂਗਾ, ਦੂਸਰਾ ਚੋਲਾ, ਦੂਸਰੇ ਵਸਤਰ ਪਹਿਨ ਲਵਾਂਗਾ, ਪਰ ਉਸ ਬੱਚੇ ਨੂੰ ਦੇਖਿਆ ਨਹੀਂ ਗਿਆ। ਮਾਤਾ ਨਾਨਕੀ ਨਾਰਾਜ਼ ਨਹੀਂ ਹੋਈ, ਸਗੋਂ ਇਹ ਕਿਹਾ, ਪੁੱਤਰਾ, ਤੂੰ ਅੱਜ ਕਿਸੇ ਬੱਚੀ ਦਾ ਨੰਗੇਜ ਨਹੀਂ ਦੇਖਿਆ, ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆ ਦੀ ਪੱਤ ਨੂੰ ਟੱਕੇਗਾ, ਦੁਨੀਆ ਦੀ ਨੰਗੇਜ ਨੂੰ ਟੱਕਣ ਦੀ ਕੋਸ਼ਿਸ਼ ਕਰੇਗਾ, ਮੈਨੂੰ ਤੇਰੇ ਤੇ ਮਾਣ ਹੈ। ਗੁਰੂ ਸਾਹਿਬ ਜੀ ਦਾ ਬਚਪਨ ਬੀਤ ਗਿਆ ਸੀ, ਔਰ ਬਚਪਨ ਦੇ ਵਿੱਚ ਗੁਰੂ ਸਾਹਿਬ ਜੀ ਨੇ ਪੜ੍ਹਾਈ ਕੀਤੀ, ਸ਼ਸਤਰ ਵਿੱਦਿਆ ਸਿੱਖੀ, ਘੋੜਸਵਾਰੀ ਸਿੱਖੀ, ਬਹੁਤ ਸਾਰੇ ਤਰੀਕਿਆਂ ਦੀਆਂ ਵਿੱਦਿਆ ਗੁਰੂ ਸਾਹਿਬ ਜੀ ਨੇ ਸਿੱਖੀਆਂ ਬਚਪਨ ਦੇ ਵਿੱਚ। ਔਰ ਇੱਥੇ ਅਸੀਂ ਇਤਿਹਾਸ ਤੋਂ ਜਾਣੂਗਾ, ਜਿਹੜੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਜੀ ਨੇ ਕਰਤਾਰਪੁਰ ਦੀ ਜੰਗ ਹੈ, ਉਸ ਜੰਗ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਉਮਰ ਲਗਭਗ 13 ਸਾਲ ਦੀ ਇਤਿਹਾਸਕਾਰ ਲਿਖਦੇ ਨੇ। ਅਜੇ ਬਚਪਨ ਹੈ, ਪਰ ਬਚਪਨ ਦੇ ਵਿੱਚ ਇਸ ਜੰਗ ਦੇ ਵਿੱਚ ਜੂਝ ਕੇ ਇਹਨਾਂ ਨੇ ਪਿਤਾ ਜੀ ਦੇ ਨਾਲ ਡਟ ਕੇ ਔਰ ਜੰਗ ਦੇ ਵਿੱਚ ਮੁਕਾਬਲਾ ਕੀਤਾ, ਬਰਾਬਰ ਪਿਤਾ ਜੀ ਦੇ ਨਾਲ ਜਾ ਕੇ ਲੜਾਈ ਦੇ ਵਿੱਚ ਹਿੱਸਾ ਲਿਆ, ਬੜੀ ਹਿੰਮਤ ਦੇ ਨਾਲ, ਬੜੀ ਦਲੇਰੀ ਦੇ ਨਾਲ ਤੇਗ ਨੂੰ ਚਲਾਇਆ। ਔਰ ਇੱਥੋਂ ਤੱਕ ਇਤਿਹਾਸ ਕਹਿੰਦਾ ਕਿ ਪਹਿਲੋਂ ਇਹਨਾਂ ਦਾ ਨਾਮ ਤਿਆਗਮਲ ਸੀ, ਔਰ ਇਸ ਕਰਤਾਰਪੁਰ ਦੀ ਜੰਗ ਦੇ ਵਿੱਚ ਹੀ ਜਦੋਂ ਗੁਰੂ ਪਿਤਾ ਜੀ ਨੇ ਦੇਖਿਆ ਕਿ ਮੇਰਾ ਪੁੱਤਰ ਬੜੀ ਦਲੇਰੀ ਦੇ ਨਾਲ ਤੇਗ ਚਲਾ ਰਿਹਾ, ਔਰ ਉਸ ਵੇਲੇ ਮਾਣ ਦੇ ਨਾਲ ਕਿਹਾ ਸੀ, ਪੁੱਤਰਾ, ਜੰਗ ਜਿੱਤਣ ਤੋਂ ਬਾਅਦ ਇਹ ਗੱਲ ਕਹੀ ਸੀ, ਪੁੱਤਰਾ, ਅੱਜ ਤੋਂ ਤੇਰਾ ਨਾਮ ਤੇਗ ਬਹਾਦਰ ਹੈ, ਕਿਉਂਕਿ ਤੂੰ ਤੇਗ ਦਾ ਧਨੀ ਹੈ। ਬੜੀ ਬਹਾਦਰੀ ਦੇ ਨਾਲ ਤੇਗ ਚਲਾਈ ਹੈ। ਔਰ ਉਸ ਤੋਂ ਉਪਰੰਤ ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ ਤੇ ਸਾਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਗੁਰੂ ਸਾਹਿਬ ਜੀ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਤਾ ਗੱਦੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਦਿੱਤੀ ਹੈ, ਪੋਤਰੇ ਨੂੰ ਗੱਦੀ ਦੇ ਦਿੱਤੀ। ਔਰ ਮਾਤਾ ਨਾਨਕੀ ਨੇ ਉਸ ਵੇਲੇ ਇੱਕ ਗੱਲ ਕਹੀ ਸੀ ਆਪਣੇ ਪਤੀ ਨੂੰ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਕਿ ਮੇਰਾ ਇਹ ਛੋਟਾ ਪੁੱਤਰ ਬੜਾ ਭੋਲਾ ਜੇ, ਬਹੁਤ ਘੱਟ ਬੋਲਦਾ ਹੈ, ਨਾ ਇਹਦੀ ਮਸੰਦਾਂ ਦੇ ਨਾਲ ਸਾਂਝ ਹੈ, ਨਾ ਸੰਗਤ ਦੇ ਨਾਲ ਜ਼ਿਆਦਾ ਬੋਲਦਾ ਹੈ, ਪਰ ਮੇਰੇ ਪੁੱਤਰ ਬਾਰੇ ਕੀ ਸੋਚਿਆ ਜੀ। ਗੁਰਤਾ ਗੱਦੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਦਿੰਦੇ ਵਕਤ ਜਦੋਂ ਮਾਤਾ ਨਾਨਕੀ ਨੇ ਗੱਲ ਪੁੱਛੀ ਸੀ ਕਿ ਮੇਰਾ ਪੁੱਤਰ ਬੜਾ ਭੋਲਾ ਏ, ਘੱਟ ਬੋਲਦਾ, ਇਹਨਾਂ ਬਾਰੇ ਕੀ ਸੋਚਿਆ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਗੱਲ ਕਹੀ ਸੀ। ਉਹਨਾਂ ਨੇ ਆਪਣੇ ਵੱਲੋਂ ਇੱਕ ਕਟਾਰ, ਇੱਕ ਪੋਥੀ ਤੇ ਇੱਕ ਰੁਮਾਲ ਦਿੱਤਾ ਸੀ, ਔਰ ਇਹ ਗੱਲ ਕਹੀ ਸੀ, ਤੁਸੀਂ ਅੱਜ ਤੋਂ ਬਾਅਦ ਜਾ ਕੇ ਬਕਾਲੇ ਦੀ ਧਰਤੀ ਤੇ ਟਿਕ ਜਾਣਾ, ਇੱਕ ਸਮਾਂ ਆਵੇਗਾ ਤੁਹਾਡੇ ਇਸ ਪੁੱਤਰ ਨੇ ਬਹੁਤ ਵੱਡਾ ਇਤਿਹਾਸ ਰਚਣਾ ਹੈ, ਬਹੁਤ ਵੱਡਾ ਇਤਿਹਾਸ ਸਿਰਜਣਾ ਹੈ, ਔਰ ਇਸ ਪੁੱਤਰ ਦੇ ਘਰ ਇੱਕ ਮਹਾਬਲੀ ਪੁੱਤਰ ਪੈਦਾ ਹੋਏਗਾ, ਜਿਨ੍ਹਾਂ ਨੂੰ ਸੰਸਾਰ ਹਮੇਸ਼ਾ ਯਾਦ ਕਰੇਗਾ, ਬਹੁਤ ਵੱਡੇ ਕਾਰਨਾਮੇ ਕਰਨੇ, ਉਹਨਾਂ ਨੇ ਵੀ ਵੱਡਾ ਇਤਿਹਾਸ ਰਚਣਾ। ਔਰ ਇੱਕ ਰੁਮਾਲ, ਇੱਕ ਕਟਾਰ ਔਰ ਇੱਕ ਪੋਥੀ ਦੇ ਕਰਕੇ ਮਾਤਾ ਨਾਨਕੀ ਨੇ ਨਾਲ ਮਾਤਾ ਨਾਨਕੀ ਨੂੰ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਔਰ ਮਾਤਾ ਗੁਜਰ ਕੌਰ ਜੀ ਨੂੰ ਬਾਬਾ ਬਕਾਲੇ ਦੀ ਧਰਤੀ ਤੇ ਭੇਜ ਦਿੱਤਾ। ਉਸ ਸਮੇਂ ਨਾਮ ਬਕਾਲਾ ਸੀ। ਔਰ ਅਸੀਂ ਇਤਿਹਾਸ ਤੋਂ ਜਾਣੂ ਹਾਂ, ਜਦੋਂ ਗੁਰੂ ਹਰਿਰਾਏ ਸਾਹਿਬ ਤੋਂ ਬਾਅਦ ਗੁਰਤਾ ਗੱਦੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਪਾਸ ਆਉਂਦੀ ਹੈ, ਔਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਇਸ ਪੰਜ ਭੂਤਕ ਸਰੀਰ ਨੂੰ ਅਸੀਂ ਜਾਣਦੇ ਹਾਂ ਕਿ ਦਿੱਲੀ ਦੀ ਧਰਤੀ ਤੇ ਤਿਆਗਿਆ ਸੀ। ਔਰ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸਰੀਰ ਕਰਕੇ ਅਸੀਂ ਜਾਣਦੇ ਹਾਂ ਕਿ ਦੁਨੀਆ ਦੇ ਰੋਗਾਂ ਨੂੰ ਆਪਣੇ ਤਨ ਤੇ ਹੰਢਾਇਆ, ਉਹਨਾਂ ਨੇ ਦੁਨੀਆ ਨੂੰ ਠੀਕ ਕੀਤਾ, ਚੇਚਕ ਦਾ ਰੋਗ ਫੈਲਿਆ ਔਰ ਆਪਣੇ ਆਪ ਤੇ ਲਿਆ
ਔਰ ਉਸ ਵੇਲੇ ਸੰਗਤਾਂ ਇਕੱਠੀਆਂ ਹੋ ਕੇ ਸਿੱਖਾਂ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਇੱਕ ਗੱਲ ਕਹੀ ਸੀ, ਪਾਤਸ਼ਾਹ ਹੁਣ ਸਾਨੂੰ ਇਹ ਦੱਸ ਦਿਓ ਕਿ ਗੁਰੂ ਨਾਨਕ ਸਾਹਿਬ ਦੀ ਗੱਦੀ ਦਾ ਵਾਰਸ ਕੌਣ ਹੋਵੇਗਾ, ਕਿਉਂਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਪੰਜ ਭੌਤਿਕ ਸਰੀਰ ਨੂੰ ਤਿਆਗਣਾ ਸੀ। ਔਰ ਉਸ ਵੇਲੇ ਇਤਿਹਾਸ ਕਹਿੰਦਾ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਨਾਰੀਅਲ ਮੰਗਾਇਆ, 5 ਪੈਸੇ ਮੰਗਾਏ, ਆਪਣੇ ਹੱਥ ਵਿੱਚ ਫੜ ਕੇ ਔਰ ਉਹਨਾਂ ਦੀ ਪ੍ਰਕਰਮਾ ਕਰਕੇ ਘੁਮਾ ਕੇ ਇਹ ਗੱਲ ਕਹੀ ਸੀ, ਬਾਬਾ ਬਸੇ ਗ੍ਰਾਮ ਬਕਾਲੇ, ਮਿਲ ਗੁਰ ਸੰਗਤ ਸਗਲ ਸੰਭਾਲੇ, ਬਨ ਗੁਰ ਸੰਗਤ ਸਗਲ ਸੰਭਾਲੇ। ਇੱਕ ਇਸ਼ਾਰਾ ਕਰਕੇ ਗਏ ਕਿ ਬਾਬਾ ਬਕਾਲੇ ਦੀ ਧਰਤੀ ਤੇ ਵਸਦਾ ਹੈ। ਔਰ ਇਸ ਇਸ਼ਾਰੇ ਕਰਨ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਆਪਣੇ ਪੰਜ ਭੌਤਿਕ ਸਰੀਰ ਨੂੰ ਤਿਆਗ ਦਿੱਤਾ। ਔਰ ਉਸ ਤੋਂ ਬਾਅਦ ਜਦੋਂ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਗੱਲ ਫੈਲ ਗਈ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਇੱਕ ਇਸ਼ਾਰਾ ਕੀਤਾ, ਉਹ ਇੱਕ ਗੱਲ ਕਹਿ ਕੇ ਗਏ ਨੇ ਕਿ ਬਾਬਾ ਬਸੇ ਗ੍ਰਾਮ ਬਕਾਲੇ। ਜਦੋਂ ਇਹ ਇਸ਼ਾਰਾ ਕੀਤਾ ਕਿ ਬਾਬਾ ਬਕਾਲੇ ਦੀ ਧਰਤੀ ਤੇ ਵਸਦਾ ਹੈ, ਉਸ ਵੇਲੇ ਬਹੁਤ ਸਾਰੇ ਮਸੰਦਾਂ ਨੇ ਜਾ ਕੇ ਆਪਣੀਆਂ ਉੱਥੇ ਆਪਣੇ ਡੇਰੇ ਲਾ ਲਏ। ਬਹੁਤ ਸਾਰੇ ਮਸੰਦ ਉੱਥੇ ਇਕੱਠੇ ਹੋ ਗਏ। ਆਪਣੇ ਆਪ ਨੂੰ ਗੁਰੂ ਕਹਾਉਣ ਦੀ ਚਾਹ ਰੱਖਣ ਵਾਲੇ ਉਸ ਧਰਤੀ ਤੇ ਜਾ ਕੇ ਇਕੱਠੇ ਹੋ ਗਏ, ਕਿਉਂਕਿ ਉਹਨਾਂ ਨੂੰ ਪਤਾ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਇਸ਼ਾਰਾ ਕਰਕੇ ਗਏ ਨੇ, ਹੁਣ ਗੁਰੂ ਪ੍ਰਗਟ ਹੋਣਾ ਤੇ ਬਕਾਲੇ ਦੀ ਧਰਤੀ ਤੋਂ। ਔਰ ਉਧਰ ਸੰਗਤਾਂ ਮਾਇੂਸ ਹੋ ਗਈਆਂ। ਸੰਗਤਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਗੁਰੂ ਨਾਨਕ ਸਾਹਿਬ ਦੀ ਗੱਦੀ ਦਾ ਅਸਲੀ ਵਾਰਸ ਕੌਣ ਹੈ। ਰੱਬ ਨੇ ਸਬੱਬ ਬਣਾਇਆ। ਮੱਖਣ ਸ਼ਾਹ ਲੁਬਾਣਾ ਇੱਕ ਸ਼ਾਹੀ ਠੇਕੇਦਾਰ ਸੀ, ਜਿਹਦੇ ਆਪਣੇ ਇਤਿਹਾਸ ਕਹਿੰਦਾ ਜਹਾਜ਼ ਚੱਲਦੇ ਸੀ। ਉਹਦੇ ਪਾਣੀ ਦੇ ਜਹਾਜ਼ ਚੱਲਦੇ ਸੀ। ਔਰ ਇੱਕ ਦਿਨ ਉਹਦਾ ਬੇੜਾ, ਪਾਣੀ ਵਾਲਾ ਜਹਾਜ਼ ਦਰਿਆ ਦੇ ਵਿੱਚ ਡੁੱਬਣ ਲੱਗਾ। ਡੁੱਬਦੇ ਹੋਏ ਜਹਾਜ਼ ਉਸ ਵੇਲੇ ਫਿਰ ਉਹਨੇ ਅਰਦਾਸ ਕੀਤੀ। ਇੱਕ ਅਰਦਾਸ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਕੀਤੀ, ਪਾਤਸ਼ਾਹ ਜੀ ਅੱਜ ਇਸ ਨਿਮਾਣੀ ਦਾ ਜਹਾਜ਼ ਡੁੱਬਦਾ ਪਿਆ ਹੈ। ਇਸ ਡੁੱਬਦੇ ਜਹਾਜ਼ ਨੂੰ ਕੋਈ ਯਤਨ ਨਹੀਂ, ਮੇਰੇ ਕੋਲ ਕੋਈ ਚਤਰਾਈ ਨਹੀਂ ਕਿ ਮੈਂ ਬੇੜੇ ਤੇ ਇਸ ਬੇੜੇ ਨੂੰ ਬੰਨੇ ਲਾ ਸਕਾਂ, ਇਸ ਜਹਾਜ਼ ਨੂੰ ਬੰਨੇ ਲਾ ਸਕਾਂ। ਹੁਣ ਤੁਹਾਡੇ ਚਰਨਾਂ ਦੇ ਵਿੱਚ ਅਰਦਾਸ। ਮੱਖਣ ਸ਼ਾਹ ਲੁਬਾਣੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਬੇਨਤੀ ਕੀਤੀ, ਪਾਤਸ਼ਾਹ ਜੀ ਇਸ ਨਿਮਾਣੀ ਦੇ ਡੁੱਬਦੇ ਹੋਏ ਬੇੜੇ ਨੂੰ ਤੁਸੀਂ ਪਾਰ ਲਾਉਣ ਵਾਲੇ ਹੋ। ਜਦੋਂ ਇਹ ਗੱਲ ਕੀਤੀ, ਅਰਦਾਸ ਕੀਤੀ, ਸਿੱਖ ਨੇ ਭਾਵਨਾ ਦੇ ਨਾਲ ਅਰਦਾਸ ਕੀਤੀ ਔਰ ਇਸ ਮੱਖਣ ਸ਼ਾਹ ਲੁਬਾਣੇ ਦਾ ਡੁੱਬਦਾ ਹੋਇਆ ਬੇੜਾ ਪਾਰ ਲੱਗਿਆ। ਬੇੜਾ ਪਾਰ ਲੱਗ ਗਿਆ। ਜਦੋਂ ਬੇੜਾ ਪਾਰ ਲੱਗਿਆ, ਇਹਨੇ ਜਿਹੜੀ ਸੁਖਣਾ ਕੀਤੀ ਸੀ, ਕੁਝ ਇਤਿਹਾਸ ਕਹਿੰਦਾ ਕਿ ਇਹਨੇ ਆਪਣੇ ਦਸਵੰਧ ਵਿੱਚੋਂ 500 ਮੋਹਰ ਸੁਖੀ ਸੀ, ਪਾਤਸ਼ਾਹ ਜੀ ਤੁਹਾਡੇ ਦਰ ਤੇ ਆ ਕੇ ਮੈਂ ਭੇਟਾ ਕਰਾਂਗਾ। ਹੁਣ ਜਦੋਂ ਇਹ ਦਿੱਲੀ ਦੀ ਧਰਤੀ ਤੇ ਆਇਆ, ਦਿੱਲੀ ਦੀ ਧਰਤੀ ਤੇ ਆ ਕੇ ਇੱਕ ਪਤਾ ਲੱਗਾ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜਿਹੜੇ ਨੇ ਪੰਜ ਭੌਤਿਕ ਸਰੀਰ ਨੂੰ ਤਿਆਗ ਗਏ, ਇਸ ਦੁਨੀਆ ਵਿੱਚ ਸਰੀਰ ਕਰਕੇ ਨਹੀਂ। ਔਰ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਬਕਾਲੇ ਦੀ ਧਰਤੀ ਤੇ ਹੈ, ਇਸ਼ਾਰਾ ਕਰਕੇ ਗਏ। ਇਹ ਆਪਣੇ ਨਾਲ ਇਹਦੇ ਕਿਉਂਕਿ ਸ਼ਾਹੀ ਇਹ ਠੇਕੇਦਾਰ ਸੀ, ਇਹਦੇ ਨਾਲ ਘੁੜਸਵਾਰ ਰਹਿੰਦੇ ਸਨ, ਵੱਡਾ ਬੰਦਾ ਸੀ। ਔਰ ਇਹ ਬਕਾਲੇ ਦੀ ਧਰਤੀ ਤੇ ਪਹੁੰਚਿਆ। ਉੱਥੇ ਜਾ ਕੇ ਜਿਹੜਾ ਨਿਹਾਲ ਦੇਖਿਆ, ਉੱਥੇ ਤੇ ਜਿੱਧਰ ਵੇਖੇ ਹਰ ਕੋਈ ਕਹੇ ਕਿ ਹਰ ਇੱਕ ਇਨਸਾਨ ਨੇ ਆਪਣੇ ਏਜੰਟ ਛੱਡੇ ਹੋਏ ਸੀ, ਹਰ ਇੱਕ ਮਸੰਦ ਨੇ ਆਪਣੇ ਏਜੰਟ ਛੱਡੇ ਸੀ, ਸੇਵਾਦਾਰ ਛੱਡੇ ਸੀ। ਉਹ ਸੰਗਤ ਨੂੰ ਪ੍ਰੇਰ ਕੇ ਕਹਿ ਰਹੇ ਸੀ, ਆਓ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਸਾਡੇ ਵਾਲਾ ਬਾਬਾ ਜੀ। ਦੂਜੇ ਆਵਾਜ਼ ਦਿੰਦੇ ਸੀ, ਆਓ ਗੁਰੂ ਨਾਨਕ ਸਾਹਿਬ ਦੀ ਗੱਦੀ ਦਾ ਵਾਰਸ ਜੀ ਅਸਲੀ ਹੈ ਤੇ ਅਸੀਂ ਮਿਲਾਉਣੇ ਆ ਸਾਡੇ ਵਾਲਾ ਬਾਬਾ ਹੈ। ਉੱਥੇ ਆ ਕੇ ਮੱਖਣ ਸ਼ਾਹ ਲੁਬਾਣਾ ਵੀ ਸੋਚਾਂ ਵਿੱਚ ਪੈ ਗਿਆ, ਕਨਫਿਊਜ਼ ਹੋ ਗਿਆ ਕਿ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਐਸਾ ਤੇ ਅਸੀਂ ਅੱਜ ਤੱਕ ਨਹੀਂ ਦੇਖਿਆ, ਕਿਉਂਕਿ ਗੁਰੂ ਦਾ ਸਿੱਖ ਸੀ। ਗੁਰੂ ਨਾਨਕ ਦਾ ਘਰ ਤੇ ਉਹ ਹੈ ਜਿਹੜਾ ਕਹਿੰਦਾ ਨਹੀਂ, ਮੇਰੇ ਦਰ ਤੇ ਆਉਣ ਵਾਲਿਆ ਤੇਰੀ ਭੇਟਾ ਨਹੀਂ ਚਾਹੀਦੀ, ਤੇਰੀ ਭਾਵਨਾ ਚਾਹੀਦੀ ਹੈ। ਇਹ ਜਿਹੜੇ ਆਵਾਜ਼ਾਂ ਮਾਰ ਕੇ ਕਹਿ ਰਹੇ, ਹੱਥ ਵਿੱਚ ਲਈ ਹੋਈ ਭੇਟਾ ਨੂੰ ਸੱਦ ਲੈ ਰਹੇ, ਇਹ ਤੇ ਚੜਾਵੇ ਵਾਸਤੇ ਆਵਾਜ਼ਾਂ ਮਾਰ ਰਹੇ।
ਜਦੋਂ ਸੱਦਿਆ ਹਰ ਇੱਕ ਦੇ ਡੇਰੇ ਤੇ ਗਿਆ ਹੈ। ਮੱਖਣ ਛੱਲ ਬਾਣਾ ਸਾਰਿਆਂ ਦੇ ਸਾਹਮਣੇ ਥੋੜੀਆਂ ਥੋੜੀਆਂ ਮੋਹਰਾਂ, ਕੋਈ 2 ਜਾਂ 5-7 ਮੋਹਰਾਂ ਰੱਖ ਕੇ ਮੱਥਾ ਟੇਕਦਾ ਗਿਆ। ਪਰ ਮਨ ਨੂੰ ਸੰਤੁਸ਼ਟੀ ਨਹੀਂ। ਸਵੇਰ ਤੋਂ ਸ਼ਾਮ ਹੋ ਗਈ। ਜਿੰਨੀਆਂ ਥਾਂ ਤੇ ਇਹ ਗਿਆ, ਜਿੰਨੇ ਬੈਠੇ ਹੋਏ ਸੀ ਆਪਣੇ ਆਪ ਨੂੰ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਕਹਾਉਣ ਵਾਲੇ, ਸਾਰਿਆਂ ਦੇ ਸਾਹਮਣੇ ਜਾ ਕੇ ਨੇ ਮੱਥਾ ਟੇਕਿਆ, ਪਰ ਅੰਦਰ ਦੀ ਸੰਤੁਸ਼ਟੀ ਅਜੇ ਨਾ ਹੋਈ। ਸ਼ਾਮ ਪੈ ਗਈ। ਪੁੱਛਦਾ ਉੱਥੇ, ਕਹਿੰਦਾ ਹੋਰ ਕੋਈ ਹੈ? ਜਿੰਨੇ ਕਿ ਸੁਣੇ ਸਨ ਕਿ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਕਹਾਉਣ ਵਾਲੇ ਸਾਰਿਆਂ ਨੂੰ ਮੱਥਾ ਟੇਕ ਆਇਆ, ਦੱਸੋ ਕੋਈ ਬਚ ਗਿਆ ਹੋਵੇ। ਕਿਸੇ ਨੇ ਦੱਸਿਆ, ਹਾਂ ਅਜੇ ਹੈ, ਇੱਕ ਹੈ। ਕਹਿੰਦੇ ਭੋਰੇ ਦੇ ਵਿੱਚ ਰਹਿੰਦਾ ਹੈ, ਬਹੁਤ ਘੱਟ ਬਾਹਰ ਨਿਕਲਦੇ ਹਨ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਮ ਲਿਆ। ਉਸ ਵੇਲੇ ਗੁਰੂ ਨਹੀਂ ਬਣੇ ਸਨ। ਕਹਿੰਦੇ ਤੇਗ ਬਹਾਦਰ ਜੀ ਹੈ, ਇੱਥੇ ਰਹਿੰਦੇ ਨੇ, ਭੋਰੇ ਵਿੱਚ ਰਹਿ ਕੇ ਰੱਬ ਦੀ ਬੰਦਗੀ ਕਰਦੇ ਨੇ, ਲੰਮਾ ਸਮਾਂ ਬੰਦਗੀ ਕੀਤੀ। ਅਸੀਂ ਇਸ ਗੱਲ ਨੂੰ ਜਾਣਦੇ ਆ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਹੁਤ ਲੰਮਾ ਸਮਾਂ ਉੱਥੇ ਬਕਾਲੇ ਦੀ ਧਰਤੀ ਤੇ ਬੰਦਗੀ ਕੀਤੀ ਹੈ, ਇਬਾਦਤ ਕੀਤੀ ਹੈ ਉਸ ਪਰਮੇਸ਼ਰ ਦੀ, ਨਾਮ ਜਪਿਆ। ਕਿਸੇ ਨੇ ਦੱਸਿਆ ਕਿ ਹਾਂ ਇੱਕ ਹੈ ਜਿਹੜਾ ਬਹੁਤ ਘੱਟ ਨਿਕਲਦਾ ਹੈ, ਤੇਗ ਬਹਾਦਰ ਨਾਮ ਹੈ। ਇਹਨੇ ਸੋਚਿਆ ਜਾ ਕੇ ਉੱਥੇ ਵੀ ਅਰਦਾਸ ਬੇਨਤੀ ਕਰਾਂ। ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸਾਹਿਬ ਦੇ ਕੋਲ ਪਹੁੰਚਿਆ, ਉੱਥੇ ਜਾ ਕੇ ਇਹਨੇ ਆਪਣੇ ਵੱਲੋਂ ਜਿਸ ਤਰ੍ਹਾਂ ਦੂਜਿਆਂ ਦੇ ਸਾਹਮਣੇ 5-5 ਮੋਹਰਾਂ ਰੱਖ ਕੇ ਮੱਥਾ ਟੇਕਦਾ ਗਿਆ, ਜਾ ਕੇ ਉਸੇ ਤਰ੍ਹਾਂ 5-7 ਮੋਹਰਾਂ ਰੱਖ ਕੇ ਜਦੋਂ ਮੱਥਾ ਟੇਕਿਆ, ਨਮਸਕਾਰ ਕੀਤੀ, ਨਿਉਂ ਕੇ ਮੱਥਾ ਟੇਕਿਆ, ਮੋਢੇ ਤੇ ਹੱਥ ਰੱਖ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ, ਮੱਖਣ ਛਾ ਤੂੰ ਜਦੋਂ ਦਰਿਆ ਦੇ ਵਿੱਚ ਸੱਜਣਾ ਤੇਰਾ ਬੇੜਾ ਡੁੱਬ ਰਿਹਾ ਸੀ, ਜਦੋਂ ਤੇਰਾ ਬੇੜਾ ਡੋਲ ਰਿਹਾ ਸੀ, ਬਿਲਕੁਲ ਡੁੱਬਣ ਜਾ ਰਿਹਾ ਸੀ, ਉਸ ਵੇਲੇ ਤੂੰ ਗੁਰੂ ਨਾਨਕ ਦੇ ਦਰ ਤੇ ਅਰਦਾਸ ਕੀਤੀ ਸੀ। ਕੀ ਅਰਦਾਸ ਕੀਤੀ ਸੀ ਤੈਨੂੰ ਚੇਤਾ ਹੀ? ਆ 5 ਮੋਹਰਾਂ ਤੂੰ ਰੱਖ ਰਿਹਾ। ਜਦੋਂ ਇਹ ਗੱਲ ਸੁਣੀ ਸਮਝ ਗਿਆ, ਮਨ ਵਿੱਚ ਵਿਸ਼ਵਾਸ ਆ ਗਿਆ, ਗੁਰੂ ਨਾਨਕ ਸਾਹਿਬ ਜੀ ਦੇ ਗੱਦੀ ਦੇ ਵਾਰਸ ਅਸਲੀ ਇਹੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਹੈ। ਢਹਿ ਕੇ ਚਰਨਾਂ ਤੇ ਫਿਰ ਡਿੱਗਾ, ਨਮਸਕਾਰਾਂ ਕੀਤੀਆਂ, ਔਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਤਿਹਾਸ ਕਰਕੇ ਦੇ ਆਪਣੇ ਮੋਢੇ ਤੋਂ ਕੱਪੜਾ ਹਟਾ ਕੇ ਕਹਿਣ ਲੱਗੇ, ਸੱਜਣਾ ਤੇਰਾ ਡੁੱਬਦਾ ਹੋਇਆ ਬੇੜਾ ਜਦੋਂ ਪਾਰ ਲਾਇਆ, ਸਾਡੇ ਮੋਢੇ ਤੇ ਅਜੇ ਨਿਸ਼ਾਨ ਪਏ ਨੇ, ਤੂੰ ਭੇਟਾ ਕਿੰਨੀ ਚੜਾ ਰਿਆਂ ਤੇ ਸੁਖੀ ਕਿੰਨੀ ਸੀ। ਢਹਿ ਕੇ ਚਰਨਾਂ ਤੇ ਪੈ ਕੇ ਕਹਿੰਦਾ, ਪਾਤਸ਼ਾਹ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਲੱਭਦਾ ਲੱਭਦਾ ਸਵੇਰ ਤੋਂ ਥੱਕ ਗਿਆ ਸੀ, ਬਹੁਤ ਆਪਣੇ ਆਪ ਨੂੰ ਗੁਰੂ ਕਹਾਉਣ ਵਾਲੇ ਮਿਲੇ, ਪਰ ਮੇਰੇ ਮਨ ਨੂੰ ਸੰਤੁਸ਼ਟੀ ਨਹੀਂ ਸੀ। ਹੁਣ ਮੇਰਾ ਮਨ ਸੰਤੁਸ਼ਟ ਹੋ ਗਿਆ ਹੈ ਕਿ ਗੁਰੂ ਨਾਨਕ ਸਾਹਿਬ ਦੀ ਗੱਦੀ ਦਾ ਮਾਲਕ ਜੇ ਕੋਈ ਹੈ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਪ। ਉਸ ਵੇਲੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਫਿਰ ਇਹਨੇ ਪ੍ਰਗਟ ਕਰਨਾ ਚਾਹਿਆ, ਕਿਉਂਕਿ ਇਹ ਜਾਣਦਾ ਸੀ, ਕਹਿੰਦਾ ਕੱਲਾ ਮੈਂ ਕਨਫਿਊਜ਼ ਨਹੀਂ, ਕੇਵਲ ਮੈਂ ਪਰੇਸ਼ਾਨ ਨਹੀਂ। ਕਹਿਣ ਲੱਗਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ, ਪਾਤਸ਼ਾਹ ਜੀ ਬਾਹਰ ਨਿਕਲ ਕੇ ਦੇਖੋ, ਗੁਰੂ ਨਾਨਕ ਦੀ ਗੱਦੀ ਦੇ ਵਾਰਸ ਬਣ ਕੇ ਬਹੁਤ ਲੋਕ ਬੈਠ ਗਏ ਨੇ, ਆਪਣੇ ਏਜੰਟ ਛੱਡ ਦਿੱਤੇ ਨੇ, ਆਵਾਜ਼ਾਂ ਮਾਰ ਮਾਰ ਕੇ ਸੰਗਤ ਨੂੰ ਘੇਰ ਘੇਰ ਕੇ ਕਹਿ ਰਹੇ ਨੇ ਕਿ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਮੈਂ ਆ। ਦੂਜਾ ਕਹਿੰਦਾ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਮੈਂ ਆ। ਸੰਗਤਾਂ ਜਿਹੜੀਆਂ ਉਹ ਕੰਫਿਊਜ਼ ਹੋ ਗਈਆਂ ਜੇ, ਹੁਣ ਗੁਰੂ ਸਾਹਿਬ ਜੀ ਪ੍ਰਗਟ ਕਰਨਾ ਪਏਗਾ। ਗੁਰੂ ਸਾਹਿਬ ਜੀ ਦੇ ਮਨਾ ਕਰਨ ਤੇ ਵੀ ਮੱਖਣ ਛੱਲ ਬਾਣਾ ਕੋਠੇ ਤੇ ਚੜ ਕੇ ਆਪਣੇ ਮੋਢੇ ਤੇ ਪਏ ਪਰਨੇ ਦਾ ਪੱਲੂ ਫੇਰ ਕੇ ਉੱਚੀ ਆਵਾਜ਼ਾਂ ਦੇ ਉੱਚੀ ਆਵਾਜ਼ ਦੇ ਵਿੱਚ ਹੋਕਾ ਦੇ ਦੇ ਕੇ ਕਹਿ ਰਿਹਾ ਸੰਤਾਂ ਨੂੰ, ਗੁਰ ਲਾਦੋ ਰੇ, ਗੁਰ ਲਾਦੋ ਰੇ, ਗੁਰ ਲਾਦੋ ਰੇ। ਉੱਚੀ ਆਵਾਜ਼ਾਂ ਵਿੱਚ ਹੋਕਾ ਦੇ ਕੇ ਕਹਿਣ ਲੱਗਾ, ਦੁਨੀਆ ਦੇ ਲੋਕੋ ਐਵੇਂ ਭੁਲੇਖੇ ਦੇ ਵਿੱਚ ਨਾ ਪਿਆ ਜੇ, ਜਿੰਨੇ ਬਕਾਲੇ ਦੇ ਧਰਤੀ ਤੇ ਬੈਠੇ ਨੇ ਸਾਰੇ ਠੱਗ ਬੈਠੇ ਨੇ, ਸਾਰੇ ਚੜਾਵੇ ਦੀ ਚਾਹਤ ਵਿੱਚ ਬੈਠੇ ਨੇ, ਗੁਰੂ ਨਾਨਕ ਸਾਹਿਬ ਦੀ ਗੱਦੀ ਦਾ ਵਾਰਸ ਮੈਂ ਲੱਭ ਲਿਆ। ਗੁਰੂ ਤੇਗ ਬਹਾਦਰ ਪਾਤਸ਼ਾਹ ਹੀ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਵਾਰਸ ਹਨ। ਗੁਰੂ ਨੂੰ ਪ੍ਰਗਟ ਕੀਤਾ, ਔਰ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਇਸ 5 ਭੂਤਕ ਸਰੀਰ ਦੇ ਵਿੱਚ ਰਹਿ ਕੇ ਪੂਰੇ ਹਿੰਦੁਸਤਾਨ ਦੇ ਵਿੱਚ ਬਹੁਤ ਦੂਰ ਦੂਰ ਤੱਕ ਸਿੱਖੀ ਦਾ ਪ੍ਰਚਾਰ ਕੀਤਾ। ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਨੇ, ਅਨੰਦਪੁਰ ਸਾਹਿਬ ਦੀ ਧਰਤੀ ਤੇ ਬਹੁਤ ਲੰਮਾ ਸਮਾਂ ਇਹਨਾਂ ਨੇ ਗੁਜ਼ਾਰ ਕੇ ਉੱਥੇ ਸੰਗਤਾਂ ਨੂੰ ਉਤਾਰਿਆ। ਜਿੱਥੇ ਜਿੱਥੇ ਵੀ ਭਾਵਨਾ ਦੇ ਨਾਲ
ਗੁਰੂ ਤੇਗ ਬਹਾਦਰ ਪਾਤਸ਼ਾਹ ਸਾਹਿਬ ਜੀ ਨੂੰ ਯਾਦ ਕੀਤਾ ਹੈ ਸਿੱਖਾਂ ਨੇ, ਭਾਵੇਂ ਉਹ ਬਿਹਾਰ ਦੀ ਧਰਤੀ ਹੋਵੇ, ਭਾਵੇਂ ਅਸਾਮ ਦੀ ਧਰਤੀ ਹੋਵੇ, ਪਰ ਉੱਥੇ ਹੀ ਜਾ ਕੇ ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਦਰਸ਼ਨ ਦੀਦਾਰ ਦੇ ਕੇ ਨਿਹਾਲ ਕੀਤਾ ਤੇ ਸਿੱਖੀ ਦਾ ਦਾਨ ਦਿੱਤਾ, ਸਿੱਖੀ ਦੇ ਨਾਲ ਜੋੜਿਆ। ਇੱਕ ਛੋਟੀ ਜੀ ਘਟਨਾ ਇਤਿਹਾਸ ਦੇ ਵਿੱਚੋਂ ਕਹਿ ਕੇ ਮੈਂ ਖਿਮਾ ਦਾ ਜਾਚਕ ਹੋ ਜਾਵਾਂ। ਛੇਵੇਂ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਦੀ ਵਾਹਿਗੁਰੂ ਜੀ ਅੰਮ੍ਰਿਤਸਰ ਦੀ ਜੰਗ ਹੋਈ। ਅੰਮ੍ਰਿਤਸਰ ਦੀ ਜੰਗ ਦੇ ਵਿੱਚ ਛੇਵੇਂ ਪਾਤਸ਼ਾਹ ਜੀ ਦੇ ਨਾਲ ਇੱਕ ਸਿੱਖ ਹੈ ਭਾਈ ਮੁਗਲੂ, ਔਰ ਇਹ ਸਿੱਖ ਜਿਹੜਾ ਹੈ ਜੰਗ ਦੇ ਵਿੱਚ ਫੱਟਰ ਹੋ ਗਿਆ, ਘਾਇਲ ਹੋ ਗਿਆ। ਜੰਗ ਸਮਾਪਤ ਹੋਈ, ਪਾਤਸ਼ਾਹ ਜੀ ਜੰਗ ਜਿੱਤੇ ਗੁਰੂ ਹਰਗੋਬਿੰਦ ਸਾਹਿਬ ਜੀ। ਜੰਗ ਜਿੱਤਣ ਤੋਂ ਬਾਅਦ ਆਪਣੇ ਸਿੱਖਾਂ ਦੀ ਸੰਭਾਲ ਕਰਦੇ ਨੇ, ਸਿੱਖਾਂ ਨੂੰ ਦੇਖਦੇ ਨੇ ਕਿਹੜੇ ਕਿਹੜੇ ਸਿੱਖ ਦੀ ਚੋਟ ਆਈ ਹੈ, ਕਿਹੜੇ ਕਿਹੜੇ ਸਿੱਖ ਦੇ ਸੱਟ ਲੱਗੀ ਹੈ, ਔਰ ਉਹ ਸਿੱਖਾਂ ਨੂੰ ਦੇਖਦਿਆਂ ਨਜ਼ਰ ਪਈ ਪਾਤਸ਼ਾਹ ਜੀ ਭਾਈ ਮੁਗਲੂ ਦੇ ਉੱਤੇ। ਸਰੀਰ ਤੇ ਫੱਟ ਵੱਜੇ ਨੇ, ਖੂਨ ਵਗ ਰਿਹਾ, ਖੂਨ ਵਗਦਿਆਂ ਹੋਇਆਂ ਬੇਹੋਸ਼ੀ ਦੇ ਆਲਮ ਵਿੱਚ ਪਹੁੰਚੇ, ਔਰ ਗੁਰੂ ਸਾਹਿਬ ਨੇ ਜਾ ਕੇ ਦੇਖਿਆ ਭਾਈ ਮੁਗਲੂ, ਜਾ ਕੇ ਆਪਣੇ ਪੱਲੇ ਦੇ ਨਾਲ ਉਹਦੇ ਚਿਹਰੇ ਨੂੰ ਸਾਫ਼ ਕੀਤਾ ਹੈ, ਮੂੰਹ ਦੇ ਉੱਤੇ ਕੱਪੜਾ ਫੇਰ ਕੇ ਆਪਣਾ ਪਰਨਾ ਲੈ ਕੇ ਜਾਂ ਰੁਮਾਲ ਲੈ ਕੇ ਉਹਦੇ ਚਿਹਰੇ ਨੂੰ ਸਾਫ਼ ਕੀਤਾ। ਭਾਈ ਮੁਗਲੂ ਵੇਖਿਆ ਸਾਹ ਚੱਲ ਰਹੇ ਨੇ ਪਰ ਹੋਸ਼ ਨਹੀਂ, ਬੇਹੋਸ਼ੀ ਦੇ ਆਲਮ ਵਿੱਚ। ਆਪਣੀ ਗੋਦ ਵਿੱਚ ਸੀਸ ਰੱਖਿਆ, ਸੀਸ ਰੱਖ ਕੇ ਚਿਹਰੇ ਨੂੰ ਸਾਫ਼ ਕੀਤਾ ਤੇ ਅੱਖਾਂ ਖੋਲੀਆਂ। ਭਾਈ ਮੁਗਲੂ ਨੇ ਗੁਰੂ ਸਾਹਿਬ ਜੀ ਪ੍ਰਸੰਨ ਹੋਏ, ਗੁਰੂ ਹਰਗੋਬਿੰਦ ਸਾਹਿਬ ਜੀ ਪ੍ਰਸੰਨ ਹੋਏ, ਕਹਿਣ ਲੱਗੇ ਭਾਈ ਮੁਗਲੂ ਮੰਗ ਲੈ ਜੋ ਕੁਛ ਮੰਗਣਾ, ਤੇਰੇ ਤੇ ਗੁਰੂ ਤਰੁੱਠਾ ਹੈ। ਜਦੋਂ ਇਹ ਗੱਲ ਕਹੀ ਨਾ, ਮੰਗ ਲੈ ਜੋ ਕੁਛ ਮੰਗਣਾ, ਤੇਰੇ ਤੇ ਗੁਰੂ ਤਰੁੱਠਾ, ਤੇਰੇ ਤੇ ਗੁਰੂ ਪ੍ਰਸੰਨ ਹੈ। ਔਰ ਉਸ ਵੇਲੇ ਭਾਈ ਮੁਗਲੂ ਨੇ ਕਿਹਾ ਸੀ, ਪਾਤਸ਼ਾਹ ਮੈਂ ਫੱਟਰ ਹੋਇਆ ਹਾਂ, ਤੁਹਾਡੀ ਗੋਦ ਵਿੱਚ ਮੇਰਾ ਸਿਰ ਹੈ, ਮੈਂ ਹੋਰ ਕੁਝ ਕੀ ਮੰਗ ਸਕਦਾ। ਪਾਤਸ਼ਾਹ ਜੇ ਮੇਰੇ ਅੰਤ ਵੇੜਾ ਆ ਗਿਆ ਹੈ, ਸਰੀਰ ਤਿਆਗਣ ਦਾ ਮੇਰਾ ਵੇੜਾ ਆ ਗਿਆ ਹੈ, ਤੇ ਪਾਤਸ਼ਾਹ ਤੁਹਾਡੀ ਗੋਦ ਵਿੱਚ ਮੈਂ ਸੀਸ ਤਿਆਗ ਰੱਖ ਕੇ ਆਪਣੇ ਸਰੀਰ ਨੂੰ ਤਿਆਗ ਦੇਵਾਂ, ਇਹ ਤੋਂ ਵੱਡੀ ਮੈਨੂੰ ਹੋਰ ਕਿਹੜੀ ਦਾਤ ਮਿਲ ਸਕਦੀ ਹੈ। ਔਰ ਪਾਤਸ਼ਾਹ ਜੇ ਮੇਰੇ ਅਜੇ ਸਵਾਸ ਬਾਕੀ ਨੇ, ਔਰ ਤੁਸੀਂ ਕਹਿੰਦੇ ਹੋ ਭਾਈ ਮੁਗਲੂ ਕੁਝ ਮੰਗ, ਤੇ ਫਿਰ ਮੇਰੇ ਦਾਤਿਆ ਮੈਂ ਮੰਗਦਾ ਹਾਂ, ਜਦੋਂ ਵੀ ਮੇਰੇ ਸਰੀਰ ਨੂੰ ਤਿਆਗ ਕੇ ਉਸ ਪਰਮੇਸ਼ਰ ਦੇ ਘਰੋਂ ਮੈਨੂੰ ਸੱਦੜਾ ਆਵੇ, ਮੈਂ ਸਰੀਰ ਨੂੰ ਤਿਆਗਾਂ, ਮੈਂ ਤੁਹਾਡੇ ਕੋਲੋਂ ਇੱਕੋ ਮੰਗ ਹੱਥ ਜੋੜ ਕੇ ਮੰਗਦਾ ਪਾਤਸ਼ਾਹ, ਇਸੇ ਤਰ੍ਹਾਂ ਮੇਰਾ ਸੀਸ ਤੁਹਾਡੀ ਗੋਦ ਦੇ ਵਿੱਚ ਹੋਵੇ ਤੇ ਮੈਂ ਸਰੀਰ ਨੂੰ ਤਿਆਗਾਂ। ਔਰ ਦੂਜੀ ਗੱਲ, ਮੇਰੇ ਸਰੀਰ ਨੂੰ ਤੁਸੀਂ ਸੰਭਾਲਣਾ, ਮੇਰੀ ਅੰਗੀਠੀ ਨੂੰ ਤੁਸੀਂ ਸੰਭਾਲਣਾ। ਜਦੋਂ ਇਹ ਗੱਲ ਕਹੀ ਨਾ, ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮੁਸਕਰਾ ਕੇ ਕਹਿਣ ਲੱਗੇ, ਭਾਈ ਮੁਗਲੂ ਜੇ ਤੇਰੇ ਤੋਂ ਪਹਿਲਾਂ ਅਸੀਂ ਚੋਲਾ ਬਦਲ ਲਿਆ, ਕਹਿਣ ਲੱਗੇ ਪਾਤਸ਼ਾਹ ਗੁਰੂ ਨਾਨਕ ਦੀ ਜੋਤ ਤਾਂ ਉਹੀ ਹੋਏਗੀ, ਬਸ ਮੇਰੀ ਇਹ ਭਾਵਨਾ ਹੈ। ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਸੀ, ਭਾਈ ਮੁਗਲੂ ਤੇਰੀ ਇਹ ਭਾਵਨਾ ਵੀ ਪੂਰੀ ਹੋਏਗੀ। ਔਰ ਅਸੀਂ ਜਾਣਦੇ ਹਾਂ ਗੰਡੂਆ ਪਿੰਡ ਦੇ ਵਿੱਚ ਭਾਈ ਮੁਗਲੂ ਆਪਣੇ ਸਰੀਰ ਨੂੰ ਤਿਆਗਣ ਲੱਗਾ, ਬਜ਼ੁਰਗ ਅਵਸਥਾ ਦੇ ਵਿੱਚ ਹੈ, ਔਰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੱਦੀ ਤੇ ਬਿਰਾਜਮਾਨ ਨੇ, ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਨਵੇਂ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਬਿਰਾਜਮਾਨ ਨੇ। ਔਰ ਭਾਈ ਮੁਗਲੂ ਨੂੰ ਵਰ ਦਿੱਤਾ ਹੈ, ਕਿਉਂਕਿ ਉਹਨੇ ਕਿਹਾ ਸੀ ਪਾਤਸ਼ਾਹ ਜੀ ਜਦੋਂ ਮੈਂ ਸਰੀਰ ਤਿਆਗਾ, ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਜੀ ਨੂੰ ਕਿਹਾ ਸੀ ਕਿ ਮੇਰਾ ਸੀਸ ਇਸੇ ਤਰ੍ਹਾਂ ਤੁਹਾਡੀ ਗੋਦ ਵਿੱਚ ਹੋਣਾ ਚਾਹੀਦਾ ਹੈ, ਤੇ ਫਿਰ ਮੈਂ ਸਰੀਰ ਨੂੰ ਤਿਆਗਾਂ। ਹੁਣ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਵਿਰਾਜਮਾਨ ਨੇ, ਔਰ ਗੁਰਤਾ ਗੱਦੀ ਤੇ ਵਿਰਾਜਮਾਨ ਹੈ, ਔਰ ਉਸ ਵੇਲੇ ਬਿਲਕੁਲ ਮੌਤ ਦੇ ਨੇੜੇ ਪਹੁੰਚੇ ਨੇ ਭਾਈ ਮੁਗਲੂ। ਅੰਤ ਸਮਾਂ ਉਹਨਾਂ ਦਾ ਬਹੁਤ ਨੇੜੇ ਹੈ, ਔਰ ਉਹਨਾਂ ਨੂੰ ਗੁਰੂ ਦਾ ਬਚਨ ਚੇਤੇ ਆ ਰਿਹਾ ਕਿ ਮੈਂ ਗੁਰੂ ਤੋਂ ਮੰਗ ਕੀਤੀ ਸੀ, ਪਾਤਸ਼ਾਹ ਜਦੋਂ ਮੈਂ ਸਰੀਰ ਤਿਆਗਾ, ਜਦੋਂ ਮੇਰਾ ਅੰਤ ਵੇਲਾ ਹੋਵੇ, ਪਾਤਸ਼ਾਹ ਮੇਰਾ ਸੀਸ ਤੁਹਾਡੀ ਗੋਦ ਦੇ ਵਿੱਚ ਹੋਵੇ, ਤੁਹਾਡੀ ਗੋਦ ਦੇ ਵਿੱਚ ਮੇਰਾ ਸੀਸ ਹੋਣਾ ਚਾਹੀਦਾ ਹੈ, ਉਹ ਮੈਂ ਤੁਹਾਡੀ ਗੋਦ ਦੇ ਵਿੱਚ ਸਰੀਰ ਨੂੰ ਤਿਆਗਾ। ਔਰ ਯਾਦ ਕਰਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ। ਔਰ ਇਤਿਹਾਸ ਕਹਿੰਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਭਿੱਖੀ ਪਿੰਡ ਤੋਂ ਆਪਣੇ ਘੋੜੇ ਤੇ ਸਵਾਰ ਹੋ ਕੇ ਗੰਡੂਆ ਪਿੰਡ ਪਹੁੰਚਦੇ ਨੇ, ਔਰ ਉਸ ਪਿੰਡ ਪਹੁੰਚ ਕੇ ਭਾਈ ਮੁਗਲੂ ਦੇ ਪਿੰਡ ਪਹੁੰਚ ਕੇ ਉਹਦੇ ਸਰੀਰ ਤਿਆਗਣ ਦਾ ਸਮਾਂ ਆਇਆ ਹੈ। ਉੱਥੇ ਘੋੜਾ ਦੌੜਾ ਕੇ ਪਹੁੰਚੇ ਨੇ। ਭਾਈ ਮੁਗਲੂ
ਬੈੱਡ ਤੇ ਪਿਆ ਹੈ, ਮੰਜੇ ਤੇ ਪਿਆ ਹੈ, ਸਰੀਰ ਤਿਆਗਣ ਦਾ ਸਮਾਂ ਆਇਆ ਔਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਉਹਦੇ ਸੀਸ ਨੂੰ ਆਪਣੀ ਗੋਦ ਵਿੱਚ ਲਿਆ। ਭਾਈ ਮੁਗਲੂ, ਤੂੰ ਯਾਦ ਕਰਦਾ ਸਾਂ, ਤੇਰੇ ਨਾਲ ਵਾਅਦਾ ਸੀ ਔਰ ਤੇਰਾ ਵਾਅਦਾ ਪਗਾਉਣ ਵਾਸਤੇ ਅਸੀਂ ਆ ਗਏ ਹਾਂ। ਇਤਿਹਾਸ ਕਹਿੰਦਾ ਭਾਈ ਮੁਗਲੂ ਦੇ ਸੀਸ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪਣੀ ਗੋਦ ਵਿੱਚ ਰੱਖਿਆ। ਗੋਦ ਵਿੱਚ ਸੀਸ ਨੂੰ ਰੱਖ ਕੇ ਬੜੇ ਪਿਆਰ ਦੇ ਵਿੱਚ ਭਿੱਜ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਜੀ ਦਾ ਪਾਠ ਕੀਤਾ। ਇੱਕ ਓੰਕਾਰ ਤੋਂ ਪ੍ਰਾਰੰਭਤਾ ਕਰਕੇ ਜਦੋਂ ਸਾਰਾ ਜਪਜੀ ਸਾਹਿਬ ਜੀ ਦਾ ਪਾਠ ਪੜਿਆ, ਸ਼ਲੋਕ ਪੜਿਆ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਦੋਂ ਕੀਤੀ ਛੁੱਟੀ ਨਾਲ ਕਹਿ ਕੇ ਸਤਿਕਾਰ ਦੇ ਵਿੱਚ, ਗੁਰਬਾਣੀ ਦੇ ਸਤਿਕਾਰ ਦੇ ਵਿੱਚ ਸੀਸ ਨਵਾਇਆ ਔਰ ਭਾਈ ਮੁਗਲੂ ਬਾਣੀ ਨੂੰ ਸਰਵਣ ਕਰਦਾ ਰਿਹਾ। ਕੀਤੀ ਛੁੱਟੀ ਨਾਲ ਕਹਿਣ ਦੀ ਦੇਰ ਸੀ, ਭਾਈ ਮੁਗਲੂ ਨੇ ਪੰਜ ਭੂਤਕ ਸਰੀਰ ਨੂੰ ਤਿਆਗ ਦਿੱਤਾ। ਗੁਰੂ ਕਿੰਨਾ ਸਮਰੱਥ ਹੈ, ਜਿਸਨੇ ਗੁਰੂ ਨੂੰ ਯਾਦ ਕੀਤਾ, ਭਾਵੇਂ ਕਿਤੇ ਵੀ ਬੈਠ ਕੇ ਕੀਤਾ, ਔਰ ਗੁਰੂ ਸਾਹਿਬ ਜੀ ਉੱਥੇ ਉਹਨੂੰ ਨਿਵਾਜਣ ਵਾਸਤੇ ਪਹੁੰਚੇ ਨੇ। ਗੁਰੂ ਸਾਹਿਬ ਜੀ ਨੇ ਆਪਣੇ ਬਚਨ, ਜਿਹੜਾ 6ਵੇਂ ਜਾਮੇ ਵਿੱਚ ਬਚਨ ਕੀਤਾ ਸੀ ਭਾਈ ਮੁਗਲੂ ਦੇ ਨਾਲ, ਉਸ ਬਚਨ ਨੂੰ 9ਵੇਂ ਜਾਮੇ ਵਿੱਚ ਨਿਭਾਇਆ। ਔਰ ਜਿੱਥੇ ਭਾਈ ਲੱਖੀ ਵਾਹਿਗੁਰੂ ਜੀ ਮੱਖਣ ਸ਼ਾਹ ਲੁਬਾਣੇ ਦੇ ਡੁੱਬਦੇ ਹੋਏ ਬੇੜੇ ਨੂੰ ਤਾਰਿਆ। ਗੁਰੂ ਸੰਗਤ ਜੀ, ਅੱਜ ਵੀ ਅਸੀਂ ਯਾਦ ਕਰੀਏ ਉਸ ਗੁਰੂ ਨੂੰ। ਗੁਰੂ ਨਾਨਕ ਦਾ ਘਰ ਬੜਾ ਉੱਚਾ ਜੀ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਨਾ ਕੇਵਲ ਮੱਖਣ ਸ਼ਾਹ ਲੁਬਾਣੇ ਦੇ ਡੁੱਬਦੇ ਜਹਾਜ਼ ਨੂੰ ਤਾਰਿਆ, ਅੱਜ ਸਾਡਾ ਜਹਾਜ਼ ਡੁੱਬ ਰਿਹਾ। ਇਹ ਸੰਸਾਰ ਸਾਗਰ ਦੇ ਵਿੱਚ ਅਸੀਂ ਡੁੱਬਦੇ ਜਾ ਰਹੇ ਹਾਂ। ਇਹ ਸੰਸਾਰ ਸਾਗਰ ਦੀਆਂ ਲਹਿਰਾਂ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੀਆਂ ਲਹਿਰਾਂ ਸਾਡੇ ਜੀਵਨ ਦੇ ਬੇੜੇ ਨੂੰ ਡੋਬ ਰਹੀਆਂ ਨੇ। ਜੇਕਰ ਅੱਜ ਵੀ ਅਸੀਂ ਗੁਰੂ ਦੇ ਦਰ ਤੇ ਅਰਦਾਸ ਕਰੀਏ, ਗੁਰੂ ਸਾਨੂੰ ਅੱਡ ਵੀ ਤਾਰਦਾ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਸਾਹਿਬ ਜੀ ਦਾ ਅਸੀਂ 400 ਸਾਲਾ ਆਗਮਨ ਪੁਰਬ ਮਨਾ ਰਹੇ ਹਾਂ। ਸੰਗਤ ਜੀ, ਗੁਰੂ ਸਾਹਿਬ ਜੀ ਬੇੜੇ ਤਾਰਦੇ ਨੇ, ਪਰ ਉਹਦੇ ਵਾਸਤੇ ਸਾਨੂੰ ਭਾਵਨਾ ਬਣਾਉਣ ਦੀ ਲੋੜ ਹੈ। ਜਦੋਂ ਸਾਡੀ ਭਾਵਨਾ ਬਣ ਕੇ ਅਸੀਂ ਭਾਵਨਾ ਦੇ ਵਿੱਚ ਭਿੱਜ ਕੇ ਗੁਰੂ ਦੇ ਦਰ ਤੇ ਅਰਦਾਸ ਕਰਾਂਗੇ, ਗੁਰੂ ਸਾਹਿਬ ਜੀ ਸਾਡਾ ਡੁੱਬਦਾ ਬੇੜਾ ਪਾਰ ਲਗਾ ਦੇਣਗੇ, ਸੰਸਾਰ ਸਾਗਰ ਤੋਂ ਸਾਨੂੰ ਪਾਰ ਲਗਾ ਦੇਣਗੇ। ਇਤਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਦੀ ਖਿਮਾ। ਗੱਜ ਕੇ ਕਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।